ਵਾਧੂ ਦਵਾਈਆਂ। ਇੱਕ ਵਿਅਕਤੀ ਦਾ ਦਵਾਈਆਂ ਦਾ ਕਾਰਖਾਨਾ ਸੀ। ਉਸਨੇ ਇੱਕ ਹਸਪਤਾਲ ਨੂੰ ਲੋੜਵੰਦਾਂ ਲਈ ਹਰ ਮਹੀਨੇ ਦਵਾਈਆਂ ਦੇਣ ਦਾ ਵਾਅਦਾ ਕੀਤਾ, ਪਰ ਸ਼ਰਤ ਰੱਖੀ ਕਿ ਮੇਰਾ ਨਾਂ ਕਿਧਰੇ ਨਹੀਂ ਵਰਤਣਾ। ਇਹ ਸਿਲਸਿਲਾ ਕਈ ਸਾਲ ਚੱਲਿਆ। ਇਹ ਵਿਅਕਤੀ ਮਰ ਗਿਆ, ਦਵਾਈਆਂ ਆਉਣੀਆਂ ਬੰਦ ਹੋ ਗਈਆਂ। ਹਸਪਤਾਲ ਦੀ ਮੁੱਖ ਇਸਤਰੀ ਨੇ ਫੋਨ ਕੀਤਾ। ਮੈਨੇਜਰ ਨੇ ਕਿਹਾ, ਤੁਸੀਂ ਸਾਹਿਬ ਨੂੰ ਮਿਲ ਲਓ। ਇਹ ਸਾਹਿਬ ਮਾਲਕ ਦਾ ਇਕਲੌਤਾ ਪੁੱਤਰ ਸੀ, ਅਮਰੀਕਾ ਤੋਂ ਪੜ੍ਹ ਕੇ ਆਇਆ ਸੀ। ਉਹਨੇ ਕਿਹਾ, ਅਸੀਂ ਵਾਧੂ ਦਵਾਈਆਂ ਹੀ ਦੇ ਸਕਦੇ ਹਾਂ, ਪਰ ਹਰ ਦਵਾਈ 'ਤੇ ਸਾਡੀ ਕੰਪਨੀ ਦੇ ਨਾਂ ਨਾਲ ਮੇਰੀ ਫੋਟੋ ਵੀ ਛਪੇਗੀ। ਇੱਕ ਵਾਰੀ ਮੈਂ ਤੁਹਾਡੇ ਹਸਪਤਾਲ ਦੇ ਸਾਰੇ ਅਮਲੇ ਨੂੰ ਭਾਸ਼ਣ ਵੀ ਦੇਵਾਂਗਾ। ਮੁਖੀ ਇਸਤਰੀ ਨੇ ਧੰਨਵਾਦ ਕੀਤਾ ਤੇ ਕਿਹਾ, ਅਸੀਂ ਤੁਹਾਡੀਆਂ ਵਾਧੂ ਦਵਾਈਆਂ ਲਈ ਵਾਧੂ ਬਿਮਾਰੀਆਂ ਕਿੱਥੋਂ ਲੱਭਾਂਗੇ? ਤੁਹਾਡੇ ਪਿਤਾ ਜੀ ਵੱਲੋਂ ਮਿਲੇ ਸਹਿਯੋਗ ਲਈ ਧੰਨਵਾਦ ਕਰਨ ਆਈਆਂ। ਨਾਲ ਹੀ ਕਹਿਣਾ ਚਾਹਾਂਗੀ ਕਿ ਵਪਾਰ ਤੇ ਲੋਕ ਭਲਾਈ ਨੂੰ ਰਲਗੱਡ ਨਾ ਕਰੋ। ਤੁਹਾਡੇ ਪਿਤਾ ਜੀ ਇਸ ਗੱਲ ਨੂੰ ਸਮਝਦੇ ਸਨ। ਤੁਸੀਂ ਵੀ ਇੱਕ ਦਿਨ ਸਮਝ ਜਾਓਗੇ। ਧੰਨਵਾਦ। ਜੂਆ ਮਾਨਸਿਕ ਰੋਗ। ਹੁਣ ਅੰਤਰਰਾਸ਼ਟਰੀ ਪੱਧਰ 'ਤੇ ਜੂਏ ਨੂੰ ਇੱਕ ਮਾਨਸਿਕ ਰੋਗ ਕਿਹਾ ਜਾਂਦਾ ਹੈ। ਇਸ ਨਾਲ ਰਿਸ਼ਤੇ ਵਿਗੜਦੇ ਹਨ, ਆਰਥਿਕਤਾ ਪ੍ਰਭਾਵਿਤ ਹੁੰਦੀ ਹੈ। ਜੂਆ ਬੰਦ ਕਰਨ ਦੇ ਯਤਨ ਕਦੇ ਸਫਲ ਨਹੀਂ ਹੋਏ, ਪਰ ਜੂਏ ਦੀ ਹੱਦ ਟੱਪਣ ਵਾਲਿਆਂ ਦੀ ਹਾਲਤ ਬੜੀ ਤਰਸਯੋਗ ਹੁੰਦੀ ਹੈ। ਇੱਕ ਸਾਊਦੀ ਸ਼ਹਿਜ਼ਾਦੀ ਨੇ ਲੰਡਨ ਦੇ ਇੱਕ ਜੂਆ ਘਰ 'ਤੇ ਮੁਕੱਦਮਾ ਕੀਤਾ ਕਿ ਜੂਆ ਘਰ ਨੇ ਉਸ ਨੂੰ ਜੂਆ ਖੇਡਣ ਲਈ ਕਰਜ਼ਾ ਦੇ ਕੇ ਉਹਨੂੰ $30 ਲੱਖ ਦਾ ਕਰਜ਼ਾਈ ਬਣਾ ਦਿੱਤਾ ਸੀ। ਧੰਨਵਾਦ। ਸ਼ੋਰੂਮ। ਬਹੁਤ ਮਹਿੰਗੀਆਂ ਚੀਜ਼ਾਂ ਵੇਚਣ ਵਾਲੀਆਂ ਕੰਪਨੀਆਂ ਛੋਟੇ ਗਾਹਕਾਂ ਵੱਲ ਯੋਗ ਧਿਆਨ ਨਾ ਦੇਣ ਕਾਰਨ ਆਪਣੇ ਸ਼ੋਰੂਮ ਦੀ ਦਿੱਖ ਅਤੇ ਵਾਤਾਵਰਨ ਅਜਿਹਾ ਬਣਾਉਂਦੀਆਂ ਹਨ ਕਿ ਉੱਥੇ ਆਮ ਸਧਾਰਨ ਵਿਅਕਤੀ ਆਉਣ ਦਾ ਹੌਸਲਾ ਹੀ ਨਹੀਂ ਕਰਦਾ। ਉਦਾਹਰਣ ਵਜੋਂ ਮਰਸੀਡੀਜ਼ ਕਾਰਾਂ ਵੇਚਣ ਵਾਲੀਆਂ ਏਜੰਸੀਆਂ ਉਹਨਾਂ ਗਾਹਕਾਂ ਦਾ ਹੀ ਸਵਾਗਤ ਕਰਦੀਆਂ ਹਨ ਜਿਨ੍ਹਾਂ ਵਿੱਚ ਇਹ ਕਾਰਾਂ ਖਰੀਦਣ ਦੀ ਸਮਰੱਥਾ ਹੁੰਦੀ ਹੈ। ਅਜਿਹਾ ਮਾਲਕਾਂ ਅਤੇ ਸਧਾਰਨ ਗਾਹਕਾਂ ਦੋਹਾਂ ਲਈ ਲਾਭਕਾਰੀ ਹੁੰਦਾ ਹੈ। ਕੰਪਨੀ ਦਾ ਸਮਾਂ ਬਚਦਾ ਹੈ ਅਤੇ ਸਧਾਰਨ ਗਾਹਕਾਂ ਦੀ ਨਿਰਾਸ਼ਤਾ ਬਚਦੀ ਹੈ। ਧੰਨਵਾਦ। ਸੰਖੇਪ। ਜੇ ਅਚਾਨਕ ਭਾਸ਼ਣ ਦੇਣ ਲਈ ਕਿਹਾ ਜਾਵੇ ਤਾਂ ਸ਼ੁਰੂ ਵਿੱਚ ਹੀ ਚੰਗੇ, ਸਾਊ ਅਤੇ ਨਿਮਰ ਵਿਅਕਤੀ ਵਾਂਗ ਆਪਣੀ ਯੋਗਤਾ ਦੀ ਸੀਮਾ ਮੰਨੋ ਅਤੇ ਸੰਖੇਪ ਬੋਲੋ। ਸੰਖੇਪਤਾ ਕਾਰਨ ਹਰ ਕੋਈ ਪ੍ਰਸੰਨ ਅਤੇ ਸੰਤੁਸ਼ਟ ਹੋਵੇਗਾ। ਧੰਨਵਾਦ। ਅਪਮਾਨ। ਕੁਝ ਵਿਅਕਤੀ ਕਿਸੇ ਸਮਾਗਮ ਵਿੱਚ ਸਮਰੱਥਾ ਨਾਲੋਂ ਵਧੇਰੇ ਪੀ ਕੇ ਬਦਤਮੀਜ਼ੀ ਕਰਨ ਲੱਗ ਪੈਂਦੇ ਹਨ। ਅਜਿਹਾ ਕਰਨਾ ਮੇਜ਼ਬਾਨ ਪ੍ਰਤੀ ਅਪਮਾਨ ਹੁੰਦਾ ਹੈ। ਕਿਸੇ ਸਮਾਗਮ 'ਤੇ ਬੁਲਾਏ ਜਾਣ ਨਾਲ ਤੁਹਾਡੇ 'ਤੇ ਸਮਾਗਮ ਨੂੰ ਸਫਲ ਕਰਨ ਦੀ ਜ਼ਿੰਮੇਵਾਰੀ ਪਾਈ ਜਾਂਦੀ ਹੈ। ਹੋਟਲਾਂ ਵਿੱਚ ਬਦਤਮੀਜ਼ੀ ਕਰਨ ਵਾਲੇ ਮਹਿਮਾਨਾਂ ਨੂੰ ਸਾਂਭਣ ਲਈ ਵਿਅਕਤੀ ਨਿਯੁਕਤ ਹੁੰਦੇ ਹਨ, ਜਿਹੜੇ ਵਿਗੜਿਆ ਵਿਹਾਰ ਕਰਨ ਵਾਲੇ ਵਿਅਕਤੀ ਨੂੰ ਕਹਿੰਦੇ ਹਨ, ਤੁਹਾਡੀ ਕਾਰ ਨੇ ਰਸਤਾ ਰੋਕਿਆ ਹੋਇਆ ਜਾਂ ਤੁਹਾਡੀ ਕਾਰ ਦੀਆਂ ਲਾਈਟਾਂ ਚੱਲ ਰਹੀਆਂ ਹਨ, ਅਤੇ ਉਹਨੂੰ ਪਰੇ ਲੈ ਜਾਂਦੇ ਹਨ। ਇੱਕ ਵਿਅਕਤੀ ਮਿਲਣੀ ਦੇ ਸਮਾਗਮ ਵਿੱਚ ਪੀਣ ਉਪਰੰਤ ਇੱਕ ਬੋਤਲ ਲੁਕਾ ਕੇ ਲੈ ਗਿਆ। ਅਗਲੀ ਵਾਰ ਮੇਜ਼ਬਾਨ ਨੇ ਉਹਨੂੰ ਸਮਾਗਮ 'ਤੇ ਨਾ ਬੁਲਾਇਆ। ਉਹਨੇ ਗਿਲਾ ਕੀਤਾ ਕਿ ਤੁਸੀਂ ਪਤਾ ਨਹੀਂ ਮੈਨੂੰ ਕਿਉਂ ਨਹੀਂ ਬੁਲਾਇਆ। ਤਾਂ ਮੇਜ਼ਬਾਨ ਨੇ ਕਿਹਾ, ਪਿਛਲੀ ਵਾਰ ਬੋਤਲ ਨੇ ਮੈਨੂੰ ਦੱਸ ਦਿੱਤਾ ਸੀ ਕਿ ਮੈਂ ਇਹਨਾਂ ਨਾਲ ਜਾ ਰਹੀ ਹਾਂ। ਧੰਨਵਾਦ। ਜਵਾਨੀ। ਜਵਾਨੀ 'ਚ ਬੜਾ ਆਤਮ ਵਿਸ਼ਵਾਸ ਹੁੰਦਾ ਹੈ। ਸੰਸਾਰ ਨੂੰ ਬਦਲ ਦੇਣ ਦੇ, ਦੇਸ਼ ਦਾ ਕਾਇਆ ਕਲਪ ਕਰਨ ਦੇ ਸੁਪਨੇ ਹੁੰਦੇ ਹਨ। ਜਵਾਨੀ ਦੇ ਜੋਸ਼ ਵਿੱਚ ਸਭ ਕੁਝ ਸੰਭਵ ਪ੍ਰਤੀਤ ਹੁੰਦਾ ਹੈ। ਇੱਕ ਜਵਾਨ ਵਿਦਿਆਰਥੀ ਨੇ ਅਗਲੇ ਦਿਨ ਸਵੇਰੇ 8 ਵਜੇ ਜਾਗ ਕੇ ਸੰਸਾਰ ਬਦਲ ਦੇਣ ਦਾ ਪ੍ਰੋਗਰਾਮ ਬਣਾਇਆ। ਅਲਾਰਮ 3 ਵਾਰੀ ਵੱਜਿਆ, ਪਰ ਜਾਗ ਹੀ ਨਾ ਖੁੱਲ੍ਹੀ। ਜਦੋਂ ਖੁੱਲ੍ਹੀ ਤਾਂ 10 ਵੱਜ ਚੁੱਕੇ ਸਨ। ਸੋ ਸੰਸਾਰ ਨੂੰ ਬਦਲਣ ਦਾ ਪ੍ਰੋਗਰਾਮ ਉਹਨੂੰ 5ਵੀਂ ਵਾਰ ਮੁਲਤਵੀ ਕਰਨਾ ਪਿਆ। ਧੰਨਵਾਦ। ਤਰਕ। ਅੰਗਰੇਜ਼ਾਂ ਦੇ ਜ਼ਮਾਨੇ ਵਿੱਚ ਕਰਨਾਟਕ ਵਿੱਚ ਅੰਗਰੇਜ਼ਾਂ ਦੇ ਇੱਕ ਵਫਾਦਾਰ ਠਾਕਰੇ ਨੇ ਉੱਥੋਂ ਦੀ ਰਾਣੀ ਚੈਨਮਾ ਨਾਲ ਲੜਾਈ ਕੀਤੀ, ਜਿਸ ਵਿੱਚ ਠਾਕਰੇ ਮਾਰਿਆ ਗਿਆ। ਅੰਗਰੇਜ਼ਾਂ ਨੇ ਆਪਣੇ ਵਫਾਦਾਰ ਠਾਕਰੇ ਦੀ ਯਾਦ ਵਿੱਚ ਇੱਕ ਪਾਰਕ ਬਣਵਾਇਆ ਅਤੇ ਨਾਂ ਰੱਖਿਆ ਠਾਕਰੇ ਪਾਰਕ। ਆਜ਼ਾਦੀ ਤੋਂ ਮਗਰੋਂ ਉਸ ਪਾਰਕ ਦਾ ਨਾਮ ਬਦਲ ਕੇ ਚੈਨਮਾ ਪਾਰਕ ਰੱਖਿਆ ਗਿਆ।
ਕਿਉਂਕਿ ਦੇਸ਼ ਭਗਤ ਰਾਣੀ ਚੈਨਮਾ ਨੇ ਝੋਲੀ ਚੁੱਕ ਠਾਕਰੇ ਨੂੰ ਮੌਤ ਦੇ ਘਾਟ ਉਤਾਰਿਆ ਸੀ। ਪਾਰਕ ਉਹੀ ਸੀ, ਨਾ ਰੱਖਣ ਦਾ ਤਰਕ ਬਦਲ ਗਿਆ ਸੀ। ਧੰਨਵਾਦ। ਬੱਚਿਆਂ ਦਾ ਪਿਆਰ। ਇੱਕ ਮੇਲੇ 'ਚ ਇੱਕ ਬੱਚਾ ਗਵਾਚ ਗਿਆ। ਪਹਿਲਾਂ ਲੱਭਿਆ, ਨਾ ਲੱਭਣ 'ਤੇ ਮਾਪੇ ਪੁਲਿਸ ਬੂਥ 'ਤੇ ਪਹੁੰਚੇ। ਸਿਪਾਹੀਆਂ ਨੇ ਬੱਚਾ ਲੱਭ ਲਿਆ, ਪਰ ਉਹ ਆਪਣੇ ਮਾਂ-ਬਾਪ ਨੂੰ ਨਹੀਂ ਲੱਭ ਰਿਹਾ ਸੀ। ਸਿਪਾਹੀ ਉਹਨੂੰ ਫੜ ਕੇ ਲਿਆਏ। ਮਾਂ ਬੱਚੇ ਨੂੰ ਜੱਫੀ ਪਾ ਕੇ ਖੁਸ਼ੀ ਨਾਲ ਰੋਣ ਲੱਗ ਪਈ, ਪਰ ਬੱਚਾ ਉਸ ਨਾਲ ਜਾਣ ਲਈ ਤਿਆਰ ਨਹੀਂ ਸੀ। ਥਾਣੇਦਾਰ ਨੇ ਉਸ 9 ਸਾਲ ਦੇ ਬੱਚੇ ਨੂੰ ਕਿਹਾ, ਜੇ ਤੂੰ ਘਰ ਨਹੀਂ ਜਾਏਂਗਾ ਤਾਂ ਤੈਨੂੰ ਆਸ਼ਰਮ ਵਿੱਚ ਜਮ੍ਹਾਂ ਕਰਵਾ ਦਿਆਂਗੇ। ਬੱਚੇ ਨੇ ਕਿਹਾ, ਹਾਂ, ਮੈਂ ਆਸ਼ਰਮ ਵਿੱਚ ਰਹਾਂਗਾ, ਉੱਥੇ ਹੀ ਮੇਰੇ ਦਾਦਾ ਜੀ ਰਹਿੰਦੇ ਹਨ। ਬੱਚੇ ਦੇ ਪਿਤਾ ਨੇ ਪਿਛਲੇ ਮਹੀਨੇ ਹੀ ਆਪਣੇ ਪਿਤਾ ਨੂੰ ਬਿਰਧ ਆਸ਼ਰਮ ਦਾਖਲ ਕਰਵਾਇਆ ਸੀ। ਪਿਤਾ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਮਾਂ ਨੂੰ ਪੁੱਤਰ ਮੋਹ ਨੇ ਪ੍ਰੇਰਿਆ। ਉਹ ਉੱਥੋਂ ਹੀ ਆਸ਼ਰਮ ਗਏ ਅਤੇ ਬਜ਼ੁਰਗ ਨੂੰ ਲੈ ਕੇ ਆਏ। ਤਾਂ ਬੱਚਾ ਆਪਣੇ ਘਰ ਆਪਣੇ ਦਾਦੇ ਨਾਲ ਜਾਣਾ ਮੰਨਿਆ। ਬੱਚੇ ਬੜੇ ਸ਼ਕਤੀਸ਼ਾਲੀ ਹੁੰਦੇ ਹਨ। ਧੰਨਵਾਦ। ਬੇਸ਼ਰਮੀ। ਬੇਸ਼ਰਮੀ ਦਾ ਕੋਈ ਇਲਾਜ ਨਹੀਂ। ਆਲਸੀ, ਨਿਕੰਮੇ, ਕੰਮ ਚੋਰ ਕਿਵੇਂ ਸੋਚਦੇ ਹਨ। ਪਤੀ ਬੇਰੁਜ਼ਗਾਰੀ ਅਤੇ ਮੰਦੇ ਦਾ ਬਹਾਨਾ ਲਾ ਕੇ ਕੰਮ 'ਤੇ ਜਾਂਦਾ ਹੀ ਨਹੀਂ ਸੀ। ਨਿੱਕੇ ਨਿੱਕੇ ਕੰਮ ਕਰਨ ਵਾਲੀ ਪਤਨੀ ਕਹਿ ਰਹੀ ਸੀ, ਮੈਨੂੰ ਤਾਂ ਸ਼ਰਮ ਆਉਂਦੀ ਹੈ। ਮਕਾਨ ਦਾ ਕਿਰਾਇਆ ਪਿਤਾ ਜੀ ਦਿੰਦੇ ਹਨ, ਮੰਮੀ ਗਰੋਸਰੀ ਖਰੀਦ ਦਿੰਦੀ ਹੈ, ਮੇਰੀ ਭੈਣ ਆਪਣੇ ਕੱਪੜੇ ਦੇ ਦਿੰਦੀ ਹੈ। ਇਹਨਾਂ ਸਾਹਮਣੇ ਜਾਣ 'ਤੇ ਸ਼ਰਮ ਆਉਂਦੀ ਹੈ। ਪਤੀ ਨੇ ਕਿਹਾ, ਸ਼ਰਮਾਉਣ ਵਾਲੀ ਕਿਹੜੀ ਗੱਲ ਹੈ? ਤੇਰਾ ਕੀ ਖਿਆਲ ਹੈ, ਅਸੀਂ ਉਹਨਾਂ ਦੇ ਕੁਝ ਨਹੀਂ ਲੱਗਦੇ? ਔਖੇ ਵੇਲਿਆਂ ਵਿੱਚ ਰਿਸ਼ਤੇਦਾਰ ਮਦਦ ਕਰਦੇ ਹੀ ਹਨ। ਵੇਖ, ਤੇਰੇ 2 ਭਰਾ ਕੋਈ ਮਦਦ ਨਹੀਂ ਕਰਦੇ, ਕੀ ਉਹਨਾਂ ਨੂੰ ਸ਼ਰਮ ਨਹੀਂ ਆਉਂਦੀ? ਧੰਨਵਾਦ। ਫਰਾਂਸ ਵਿੱਚ ਗੱਡੀਆਂ ਬੱਸਾਂ ਵਿੱਚ ਜੇ ਕੋਈ ਬੈਠਾ ਪੁਰਸ਼ ਖਲੋਤੀ ਇਸਤਰੀ ਨੂੰ ਆਪਣੀ ਸੀਟ ਦੀ ਪੇਸ਼ਕਸ਼ ਕਰੇ ਤਾਂ ਇਸ ਵਿਹਾਰ ਨੂੰ ਇਸਤਰੀ ਦਾ ਅਪਮਾਨ ਮੰਨਿਆ ਜਾਂਦਾ ਹੈ, ਕਿਉਂਕਿ ਪੁਰਸ਼ ਵੱਲੋਂ ਇਸਤਰੀ ਨੂੰ ਸੀਟ ਦੀ ਪੇਸ਼ਕਸ਼ ਇਹ ਸੁਨੇਹਾ ਦਿੰਦੀ ਹੈ ਕਿ ਤੂੰ ਮੇਰੇ ਤੋਂ ਕਮਜ਼ੋਰ ਹੈ। ਧੰਨਵਾਦ। ਇਸਤਰੀ ਦਾ ਦਿਲ। ਅਮਰੀਕਾ ਵਿੱਚ ਇੱਕ ਸਟੇਸ਼ਨ ਤੋਂ ਉਹ ਆਖਰੀ ਗੱਡੀ ਸੀ, ਐਕਸਪ੍ਰੈਸ ਗੱਡੀ ਸੀ। ਇੱਕ ਵਿਅਕਤੀ ਨੇ ਜ਼ਰੂਰੀ ਜਾਣਾ ਸੀ, ਪਰ ਰਸਤੇ ਵਿੱਚ ਉੱਥੇ ਉਤਰਨਾ ਸੀ ਜਿੱਥੇ ਗੱਡੀ ਰੁਕਦੀ ਨਹੀਂ ਸੀ। ਅਗਲੀ ਸਵੇਰ ਨੂੰ ਉਹਦੀ ਫਲਾਈਟ ਸੀ। ਕੰਡਕਟਰ ਇੱਕ ਇਸਤਰੀ ਸੀ। ਉਹਨੇ ਸਵਾਰੀ ਨੂੰ ਕਿਹਾ, ਤੁਸੀਂ ਬਹਿ ਜਾਓ, ਮੈਂ ਵੇਖਦੀ ਹਾਂ ਕੀ ਕੀਤਾ ਜਾ ਸਕਦਾ ਹੈ। ਅਸੀਂ ਐਕਸਪ੍ਰੈਸ ਰੋਕ ਨਹੀਂ ਸਕਦੇ, ਪਰ ਇਹਨੂੰ ਬਹੁਤ ਹੀ ਹੌਲੀ ਕਰ ਦਿਆਂਗੇ। ਤੁਸੀਂ ਫੁਰਤੀ ਨਾਲ ਉਤਰ ਜਾਣਾ। ਅਸੀਂ ਨੇਮ ਨਹੀਂ ਤੋੜ ਸਕਦੇ, ਅਸੀਂ ਨੇਮ ਨਹੀਂ ਤੋੜਾਂਗੇ। ਧੰਨਵਾਦ। ਬਜ਼ੁਰਗੀ। ਲਿੰਕਨ ਰਾਸ਼ਟਰਪਤੀ ਸੀ। ਉਹ ਲੋਕਾਂ ਦੀਆਂ ਸਮੱਸਿਆਵਾਂ ਸੁਣਿਆ ਕਰਦਾ ਸੀ। ਇੱਕ ਦਿਨ ਇੱਕ ਬਜ਼ੁਰਗ ਇਸਤਰੀ ਆਈ। ਲਿੰਕਨ ਨੇ ਪੁੱਛਿਆ, ਬੀਬੀ ਕਿਵੇਂ ਆਉਣਾ ਹੋਇਆ? ਮੈਂ ਤੁਹਾਡੇ ਵਾਸਤੇ ਆਪਣੇ ਘਰ ਬਣਾਏ ਹੋਏ ਬਿਸਕਿਟ ਲਿਆਈ ਹਾਂ। ਲਿੰਕਨ ਨੇ ਸੋਚਿਆ ਕਿ ਬਿਸਕਿਟ ਮਗਰੋਂ ਉਹ ਆਪਣੀ ਸਮੱਸਿਆ ਦੱਸੇਗੀ। ਪੁੱਛਿਆ, ਕੁਝ ਹੋਰ ਵੀ ਕਹਿਣਾ ਹੈ? ਨਹੀਂ, ਪਤਾ ਲੱਗਿਆ ਸੀ ਤੁਸੀਂ ਲੋਕਾਂ ਦੇ ਕੰਮ ਕਰਦੇ ਹੋ, ਉਹਨਾਂ ਦੀਆਂ ਸਮੱਸਿਆਵਾਂ ਹੱਲ ਕਰਦੇ ਹੋ, ਥੱਕ ਜਾਂਦੇ ਹੋਵੋਗੇ। ਤੁਹਾਡੀ ਪਸੰਦ ਦੇ ਬਿਸਕਿਟ ਦੇਣ ਆਈ ਹਾਂ। ਲਿੰਕਨ ਅਜੇ ਵੀ ਸੋਚ ਰਿਹਾ ਸੀ ਕੁਝ ਮਦਦ ਮੰਗੇਗੀ, ਪਰ ਉਹ ਲਿੰਕਨ ਦੀ ਆਗਿਆ ਲੈ ਕੇ ਚਲੀ ਗਈ। ਕਿੰਨਾ ਹੀ ਚਿਰ ਲਿੰਕਨ ਤੋਂ ਬੋਲਿਆ ਹੀ ਨਾ ਗਿਆ। ਉਹ ਹੈਰਾਨ ਸੀ। ਧੰਨ ਹੈ ਇਹ ਜਿਹੜੀ ਕੋਈ ਸਮੱਸਿਆ ਦੇਣ ਨਹੀਂ ਆਈ, ਇੰਨੀ ਦੂਰੋਂ ਬਿਸਕਿਟ ਦੇਣ ਆਈ ਹੈ। ਧੰਨਵਾਦ। ਕਰਨਯੋਗ ਲੋਕ। ਜਿਸ ਰਾਤ ਟਾਈਟੈਨਿਕ ਡੁੱਬਿਆ ਸੀ, ਉਸ ਵੇਲੇ ਇਸ ਦੇ ਨੇੜੇ 3 ਜਹਾਜ਼ ਸਨ। 7 ਮੀਲ ਦੂਰ ਜਹਾਜ਼ ਸੈਮਸਨ ਸੀ। ਇਸ ਜਹਾਜ਼ ਦੇ ਅਮਲੇ ਨੇ ਟਾਈਟੈਨਿਕ ਦੇ ਸੰਕਟ ਪ੍ਰਗਟਾਉਂਦੇ ਮਦਦ ਮੰਗਣ ਵਾਲੇ ਚਿੱਟੇ ਚੰਗਿਆੜੇ ਵੇਖੇ ਸਨ, ਪਰ ਉਹ ਅਮਲਾ ਗੈਰ ਕਾਨੂੰਨੀ ਢੰਗ ਨਾਲ ਸੀਲ ਮੱਛੀਆਂ ਫੜ ਰਿਹਾ ਸੀ। ਇਹ ਫੜੇ ਜਾਣਾ ਨਹੀਂ ਚਾਹੁੰਦੇ ਸਨ। ਇਹ ਜਹਾਜ਼ ਮੁੜਿਆ ਤੇ ਉਲਟੇ ਪਾਸੇ ਚੱਲ ਕੇ ਦੂਰ ਨਿਕਲ ਗਿਆ। ਦੂਜਾ ਜਹਾਜ਼ ਕੈਲੀਫੋਰਨੀਆ ਸੀ, ਜਿਹੜਾ 14 ਮੀਲ ਦੂਰ ਸੀ, ਜਿਸ ਦੇ ਆਲੇ ਦੁਆਲੇ ਪਾਣੀ ਜੰਮ ਕੇ ਬਰਫ਼ ਬਣਿਆ ਹੋਇਆ ਸੀ। ਚੱਲਣ ਵਾਲੀ ਹਾਲਤ ਨਹੀਂ ਸੀ। ਹਨੇਰਾ ਹੋਣ ਕਰਕੇ ਅਮਲੇ ਨੇ ਸੌਣ ਦਾ ਫੈਸਲਾ ਕੀਤਾ ਕਿ ਸਵੇਰੇ ਉੱਠ ਕੇ ਸਥਿਤੀ ਵੇਖਾਂਗੇ।
ਤੀਜਾ ਜਹਾਜ਼ ਕਾਰਪੇਥੀਆ ਸੀ, ਜਿਹੜਾ 58 ਮੀਲ ਦੂਰ ਸੀ ਤੇ ਦੂਜੇ ਪਾਸੇ ਜਾ ਰਿਹਾ ਸੀ। ਜਦੋਂ ਇਸ ਜਹਾਜ਼ ਦੇ ਕਪਤਾਨ ਨੇ ਜਹਾਜ਼ੀ ਰੇਡੀਓ ਤੋਂ ਮੁਸਾਫਰਾਂ ਦੀਆਂ ਚੀਕਾਂ ਸੁਣੀਆਂ ਤਾਂ ਉਹਨੇ ਝੁਕ ਕੇ ਪ੍ਰਾਰਥਨਾ ਕੀਤੀ ਕਿ ਪਰਮਾਤਮਾ ਨੂੰ ਰਾਹ ਵਿਖਾਏ। ਇਸ ਜਹਾਜ਼ ਦੇ ਅਮਲੇ ਨੇ ਜਹਾਜ਼ ਮੋੜਿਆ ਤੇ ਪੂਰੀ ਰਫਤਾਰ ਨਾਲ ਆਪਣਾ ਅਮਲਾ ਬਰਫਾਂ ਦੀ ਪਰਵਾਹ ਨਾ ਕਰਦਿਆਂ ਟਾਈਟੈਨਿਕ ਵੱਲ ਲੈ ਚੱਲਿਆ। ਇਹ ਉਹ ਜਹਾਜ਼ ਸੀ ਜਿਹਨੇ ਟਾਈਟੈਨਿਕ ਜਹਾਜ਼ ਦੀਆਂ 705 ਡੁੱਬ ਰਹੀਆਂ ਸਵਾਰੀਆਂ ਨੂੰ ਬਚਾਇਆ ਸੀ। ਪਹਿਲਾ ਜਹਾਜ਼ ਗਲਤ ਕੰਮਾਂ ਵਿੱਚ ਗਲਤਾਨ ਲੋਕਾਂ ਦਾ ਚਿੰਨ੍ਹ ਸੀ। ਦੂਜਾ ਉਹਨਾਂ ਲੋਕਾਂ ਦਾ ਸੂਚਕ ਸੀ ਜਿਹੜੇ ਇਹ ਕਹਿ ਕੇ ਅੱਖਾਂ ਮੀਟ ਲੈਂਦੇ ਹਨ ਕਿ ਜਦੋਂ ਹਾਲਾਤ ਸੁਖਾਵੇਂ ਹੋਏ ਉਦੋਂ ਕੁਝ ਕਰਾਂਗੇ। ਤੀਜੇ ਜਹਾਜ਼ ਦਾ ਸੁਨੇਹਾ ਸੀ, ਰੁਕਾਵਟਾਂ ਹਮੇਸ਼ਾ ਹੋਣਗੀਆਂ, ਜ਼ਿੰਮੇਵਾਰੀਆਂ ਤੋਂ ਬਚਣ ਦੇ ਬਹਾਨੇ ਕਦੇ ਮੁੱਕਣਗੇ ਨਹੀਂ, ਜਿਹੜੇ ਕਰਨ ਯੋਗ ਨੂੰ ਕਰਦੇ ਹਨ ਉਹ ਲੋਕਾਂ ਦੇ ਦਿਲਾਂ ਵਿੱਚ ਵਸਦੇ ਹਨ। ਸਵੈ ਵਿਸ਼ਵਾਸ। ਪੁਰਸ਼ ਪਤਨੀ ਨੂੰ ਕਹਿੰਦਾ ਹੈ, ਜੇ ਤੂੰ ਪੜ੍ਹਨ ਜਾਏਂਗੀ ਤਾਂ ਵਾਪਸ ਨਾ ਆਈ, ਮੈਂ ਨਵੀਂ ਤੀਵੀਂ ਲੈ ਆਵਾਂਗਾ। ਉਹ ਪੜ੍ਹਨ ਜਾਂਦੀ ਹੈ, ਪੜ੍ਹ ਜਾਂਦੀ ਹੈ, ਪੜ੍ਹਨ ਕਰਕੇ ਬਦਲ ਜਾਂਦੀ ਹੈ। ਉਹਨੂੰ ਉੱਠਣਾ, ਬੈਠਣਾ, ਬੋਲਣਾ, ਸੁਣਨਾ ਆ ਜਾਂਦਾ ਹੈ। ਪੁਰਸ਼ ਕਹਿੰਦਾ, ਆ ਜਾ, ਵਾਪਸ ਆ ਜਾ, ਪਰ ਉਹ ਕਹਿੰਦੀ ਹੈ, ਨਹੀਂ, ਹੁਣ ਮੈਂ ਠੀਕ ਹਾਂ, ਹੁਣ ਮੇਰੇ ਵਿੱਚ ਤੇਰੇ ਬਿਨਾਂ ਵੀ ਜਿਉਣ ਦੀ ਹਿੰਮਤ ਹੈ। ਸਿੱਖਿਆ ਨਾਲ ਜਿਹੜਾ ਮਾਣ ਸਤਿਕਾਰ ਤੇ ਸਵੈ ਵਿਸ਼ਵਾਸ ਉਪਜਦਾ ਹੈ ਉਹ ਪੁਰਸ਼ ਨੂੰ ਵੀ ਤੇ ਨਾਰੀ ਨੂੰ ਪੁਰਸ਼ ਨਾਲੋਂ ਵੀ ਵਧੇਰੇ ਬਦਲ ਦਿੰਦਾ ਹੈ। ਧੰਨਵਾਦ। ਪੈਂਤੜੇ। ਵੀਅਤਨਾਮ ਯੁੱਧ ਦੌਰਾਨ ਅਫਵਾਹ ਫੈਲੀ ਹੋਈ ਸੀ ਕਿ ਉੱਤਰੀ ਵੀਅਤਨਾਮ ਨਵੇਂ ਸਾਲ ਵਾਲੇ ਦਿਨ ਗੋਡੇ ਟੇਕਣ ਵਾਲਾ ਹੈ, ਪਰ ਉੱਤਰੀ ਵੀਅਤਨਾਮ ਨੇ ਨਵੇਂ ਸਾਲ ਵਾਲੇ ਦਿਨ ਵੱਡੇ ਸ਼ਹਿਰਾਂ ਵਿੱਚ ਮਹੱਤਵਪੂਰਨ ਸਥਾਨਾਂ 'ਤੇ ਹਮਲਾ ਕੀਤਾ। ਉਹਨਾਂ ਦਾ ਉਦੇਸ਼ ਕੁਝ ਜਿੱਤਣਾ ਨਹੀਂ ਸੀ। ਟੈਲੀਫੋਨ 'ਤੇ ਇਸ ਯੁੱਧ ਨੂੰ ਵੇਖਣ ਵਾਲੇ ਅਮਰੀਕਨਾਂ ਨੂੰ ਇਹ ਦੱਸਣਾ ਸੀ ਕਿ ਉਹਨਾਂ ਦੀ ਸਰਕਾਰ ਕਿਵੇਂ ਝੂਠੇ ਬਿਆਨਾਂ ਨਾਲ ਉਹਨਾਂ ਨੂੰ ਬੁੱਧੂ ਬਣਾ ਰਹੀ ਸੀ। ਇਸ ਘਟਨਾ ਉਪਰੰਤ ਅਮਰੀਕਾ ਵਿੱਚ ਵੀਅਤਨਾਮ ਯੁੱਧ ਵਿਰੁੱਧ ਮੁਜ਼ਾਹਰੇ ਹੋਣ ਲੱਗ ਪਏ। ਹਮਲਿਆਂ ਵਿੱਚ ਵੀਅਤਨਾਮੀ ਹਾਰੇ ਸਨ, ਪਰ ਉਹਨਾਂ ਨੇ ਰਾਜਨੀਤਿਕ ਤੇ ਮਨੋਵਿਗਿਆਨਿਕ ਲੜਾਈ ਜਿੱਤ ਲਈ ਸੀ। ਇਸ ਮਗਰੋਂ ਅਮਰੀਕਾ ਦਾ ਮਨੋਬਲ ਡਿੱਗਦਾ ਚਲਾ ਗਿਆ। ਇਹ ਘਟਨਾ ਇੱਕ ਇਤਿਹਾਸਕ ਮੋੜ ਸੀ। ਅਮਰੀਕਾ ਕੋਲ ਹਥਿਆਰ ਸਨ, ਵੀਅਤਨਾਮੀਆਂ ਕੋਲ ਪੈਂਤੜੇ ਸਨ। ਧੰਨਵਾਦ। ਅਫਗਾਨ ਲੜਨਾ, ਟਕਰਾਉਣਾ ਤੰਦਰੁਸਤ ਜ਼ਿੰਦਗੀ ਦੇ ਲੱਛਣ ਮੰਨਦੇ ਹਨ। ਇਹ ਸੱਭਿਅਕ ਕਦਰਾਂ ਕੀਮਤਾਂ ਦੀ ਪਰਵਾਹ ਨਹੀਂ ਕਰਦੇ। ਲੜਕੇ ਦੇ ਜਨਮ ਸਮੇਂ ਇਹ ਬੰਦੂਕਾਂ ਚਲਾਉਂਦੇ ਹਨ, ਜਿਨ੍ਹਾਂ ਤੋਂ ਪਤਾ ਲੱਗ ਜਾਂਦਾ ਹੈ ਕਿ ਇੱਕ ਹੋਰ ਬੰਦੂਕ ਜੰਮ ਪਈ ਹੈ। ਸੰਸਾਰ ਅਫਗਾਨਾਂ ਨੂੰ ਉਜੱਡ ਤੇ ਪਛੜੇ ਹੋਏ ਹੀ ਸਮਝਦਾ ਹੈ, ਪਰ ਆਜ਼ਾਦ ਲੋਕਾਂ ਵਜੋਂ ਰਹਿਣ ਦੀ ਜਿੰਨੀ ਡੂੰਘੀ ਆਦਤ ਅਫਗਾਨਾਂ ਦੀ ਹੈ, ਸੰਸਾਰ ਵਿੱਚ ਕਿਸੇ ਦੀ ਨਹੀਂ। ਇਹ ਸਦੀਆਂ ਤੋਂ ਲੜ ਰਹੇ ਹਨ। ਇਹ ਗੁਲਾਮ ਬਣਾਏ ਹੀ ਨਹੀਂ ਜਾ ਸਕਦੇ। ਇਸਲਾਮ ਪ੍ਰਤੀ ਇਹ ਕੱਟੜ ਹਨ। ਸਖਤ ਜਾਨ ਲੋਕ ਅਕਸਰ ਕੱਟੜ ਹੁੰਦੇ ਹਨ। ਅੰਗਰੇਜ਼ਾਂ ਨੇ, ਰੂਸੀਆਂ ਨੇ, ਅਮਰੀਕਨਾਂ ਨੇ ਬੜੇ ਯਤਨ ਕੀਤੇ, ਪਰ ਅਫਗਾਨਾਂ ਨੂੰ ਕੋਈ ਗੁਲਾਮ ਨਹੀਂ ਬਣਾ ਸਕਿਆ। ਇਹ ਕਿਸੇ ਵਿਦੇਸ਼ੀ ਹਾਕਮ ਜਾਂ ਫੌਜ ਨੂੰ ਆਪਣੀ ਧਰਤੀ 'ਤੇ ਸਹਾਰ ਨਹੀਂ ਸਕਦੇ। ਭਾਵੇਂ ਕੋਈ ਕੀਮਤ ਦੇਣੀ ਪਏ, ਇਹ ਵਿਦੇਸ਼ੀਆਂ ਨੂੰ ਕੱਢ ਕੇ ਹੀ ਰਹਿੰਦੇ ਹਨ। ਮਰਨਾ ਮਾਰਨਾ ਇਹਨਾਂ ਦਾ ਸ਼ੌਕ ਹੈ। ਵਿਦੇਸ਼ੀ ਦੁਸ਼ਮਣ ਵੇਲੇ ਇਹ ਇੱਕ ਹੋ ਜਾਂਦੇ ਹਨ, ਅਤੇ ਜਦੋਂ ਵਿਦੇਸ਼ੀ ਦੁਸ਼ਮਣ ਨਾ ਹੋਵੇ ਫਿਰ ਇਹ ਆਪਸ ਵਿੱਚ ਲੜਦੇ ਹਨ ਅਤੇ ਮਰਨਾ ਮਾਰਨਾ ਜਾਰੀ ਰੱਖਦੇ ਹਨ। ਧੰਨਵਾਦ। ਸ਼ਕਤੀ। ਮੰਗੋਲ ਕਿਸੇ ਦੇਸ਼ 'ਤੇ ਹਮਲਾ ਕਰਨ ਤੇ ਕਬਜ਼ਾ ਕਰਨ ਤੋਂ ਪਹਿਲਾਂ ਇੱਕ ਛੋਟੀ ਲੜਾਈ ਲੜਦੇ ਸਨ, ਜਿਸ ਤੋਂ ਮੰਗੋਲ ਜਾਣ ਜਾਂਦੇ ਸਨ ਕਿ ਵਿਰੋਧੀ ਦੇਸ਼ ਦੀ ਅੜਨ ਤੇ ਲੜਨ ਦੀ ਸ਼ਕਤੀ ਕਿੰਨੀ ਹੈ ਅਤੇ ਏਕਾ ਕਿੰਨਾ ਹੈ, ਅਤੇ ਵਿਰੋਧ ਕਰਨ, ਹਮਲਾ ਕਰਨ ਤੇ ਆਪਣੇ ਮੋਰਚੇ 'ਤੇ ਡਟਣ ਦੀ ਸਮਰੱਥਾ ਕਿੰਨੀ ਹੈ। ਇਹਨਾਂ ਗੱਲਾਂ ਦੇ ਆਧਾਰ 'ਤੇ ਉਹ ਲੜਨ ਦੀ ਨੀਤੀ 'ਤੇ ਪੈਂਤੜਾ ਘੜਦੇ ਸਨ ਤੇ ਤਿਆਰੀ ਕਰਕੇ ਸਫਲ ਯੁੱਧ ਲੜਦੇ ਸਨ। ਧੰਨਵਾਦ। ਜਾਪਾਨੀ ਯੋਧੇ। ਜਾਪਾਨੀ ਯੋਧੇ ਨੂੰ ਸਮੁਰਾਈ ਵੀ ਕਹਿੰਦੇ ਹਨ। ਸਮੁਰਾਈ ਯੋਧਿਆਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ
ਕਿ ਬਿਨਾਂ ਅੱਗੇ ਪਿੱਛੇ ਸੱਜੇ ਖੱਬੇ ਵੇਖੇ ਖਤਰਾ ਭਾਂਪੋ ਤੇ ਕਾਰਜ ਕਰੋ। ਇੱਕ ਸਮੁਰਾਈ ਯੋਧਾ ਇੱਕ ਬਾਗ ਵਿੱਚੋਂ ਲੰਘਦਿਆਂ ਫੁੱਲਾਂ ਦੀ ਪ੍ਰਸ਼ੰਸਾ ਕਰ ਰਿਹਾ ਸੀ। ਉਸ ਦਾ ਅੰਗ ਰੱਖਿਅਕ ਸ਼ਾਗਿਰਦ ਪਰੰਪਰਾ ਅਨੁਸਾਰ ਪਿੱਛੇ ਤੁਰ ਰਿਹਾ ਸੀ। ਸਮੁਰਾਈ ਯੋਧੇ ਨੂੰ ਕੁਝ ਬੇਚੈਨੀ ਹੋਈ। ਉਹ ਟੁਰਦਾ ਰਿਹਾ, ਪਰ ਬੇਚੈਨੀ ਕਾਰਨ ਘਰ ਚਲਾ ਗਿਆ। ਕੰਧ ਨਾਲ ਪਿੱਠ ਲਾ ਕੇ ਬੈਠ ਕੇ ਸੋਚਦਾ ਰਿਹਾ ਕਿ ਮੈਨੂੰ ਖਤਰਾ ਕਿਉਂ ਮਹਿਸੂਸ ਹੋਇਆ। ਉਹਦਾ ਅੰਗ ਰੱਖਿਅਕ ਸ਼ਾਗਿਰਦ ਮੰਨ ਗਿਆ ਕਿ ਪਿੱਛੇ ਤੁਰਦਿਆਂ ਉਹਦੇ ਮਨ 'ਚ ਖਿਆਲ ਆਇਆ ਸੀ ਕਿ ਜੇ ਮੈਂ ਪਿੱਛੋਂ ਤਲਵਾਰ ਨਾਲ ਹਮਲਾ ਕਰ ਦਿਆਂ ਤਾਂ ਮੈਂ ਇਸ ਸਮੁਰਾਈ ਨੂੰ ਮਾਰਨ ਕਾਰਨ ਪ੍ਰਸਿੱਧ ਹੋ ਜਾਵਾਂਗਾ। ਕੁਝ ਅਰਸੇ ਤੋਂ ਸਮੁਰਾਈ ਸੋਚ ਰਿਹਾ ਸੀ ਕਿ ਉਹਦੀ ਖਤਰਾ ਭਾਂਪਣ ਦੀ ਸ਼ਕਤੀ ਖੁੰਡੀ ਹੋ ਗਈ ਸੀ। ਇਸ ਘਟਨਾ ਉਪਰੰਤ ਉਹਦੀ ਤਸੱਲੀ ਹੋ ਗਈ ਕਿ ਖਤਰਾ ਭਾਂਪਣ ਦੀ ਸ਼ਕਤੀ ਬਰਕਰਾਰ ਸੀ। ਧੰਨਵਾਦ। ਮੁਹੰਮਦ ਅਲੀ ਜਦੋਂ ਮੁੱਕੇਬਾਜ਼ੀ ਦੇ ਵਿਸ਼ਵ ਪੱਧਰ ਦੇ ਮੁਕਾਬਲੇ ਕਰਦਾ ਸੀ ਤਾਂ ਉਹ ਗਰਮ ਹੋਣ ਲਈ ਪਹਿਲਾਂ ਕਈ ਮੁੱਕੇ ਖਾਂਦਾ ਸੀ ਤੇ ਵੇਖਣ ਵਾਲੇ ਸਮਝਦੇ ਸਨ ਕਿ ਮੁਹੰਮਦ ਅਲੀ ਹਾਰ ਜਾਏਗਾ। ਫਿਰ ਮੁਹੰਮਦ ਅਲੀ ਵਾਹੋ-ਦਾਈ ਮੁੱਕੇ ਮਾਰਦਾ ਸੀ ਤੇ ਮੁਕਾਬਲਾ ਉਹਦੇ ਪੱਖ 'ਚ ਹੋ ਜਾਂਦਾ ਸੀ। ਉਹ ਕਿਹਾ ਕਰਦਾ ਸੀ ਕਿ ਮੁੱਕੇਬਾਜ਼ੀ 'ਚ ਸਭ ਤੋਂ ਖਤਰਨਾਕ ਮੁੱਕਾ ਉਹ ਹੁੰਦਾ ਹੈ ਜਿਹੜਾ ਦਿਸਦਾ ਨਹੀਂ। ਇਹ ਮੁੱਕਾ ਜਾਨ ਕੱਢ ਦਿੰਦਾ ਹੈ ਤੇ ਹੋਰ ਅੜਨ ਲੜਨ ਦੀ ਸਾਰੀ ਹਿੰਮਤ ਮੁੱਕ ਜਾਂਦੀ ਹੈ ਤੇ ਲੱਤਾਂ ਲੜਖੜਾ ਜਾਂਦੀਆਂ ਹਨ। ਧੰਨਵਾਦ। ਦੁਸ਼ਮਣ। ਚੰਗੇਜ਼ ਖਾਨ ਨੇ ਹਮਲਾ ਕਰਨ ਤੋਂ ਪਹਿਲਾਂ ਮੁਹੰਮਦ ਸ਼ਾਹ ਕੋਲ ਆਪਣੇ 2 ਦੂਤ ਭੇਜੇ ਤਾਂ ਕਿ ਬਰਾਬਰੀ ਦੇ ਆਧਾਰ 'ਤੇ ਸਮਝੌਤੇ ਦੀ ਗੱਲਬਾਤ ਕੀਤੀ ਜਾ ਸਕੇ। ਮੁਹੰਮਦ ਸ਼ਾਹ ਨੇ ਦੋਵੇਂ ਦੂਤ ਮਰਵਾ ਦਿੱਤੇ ਕਿਉਂਕਿ ਉਸਨੂੰ ਆਪਣੀ ਫੌਜ ਦੀ ਗਿਣਤੀ ਤੇ ਆਪਣੀ ਤਾਕਤ ਤੇ ਮਾਣ ਸੀ। ਫਿਰ ਚੰਗੇਜ਼ ਖਾਨ ਨੇ ਫਟੇ ਪੁਰਾਣੇ ਕੱਪੜਿਆਂ ਤੇ ਡੰਡਿਆਂ ਲਾਠੀਆਂ ਵਾਲੇ ਆਪਣੇ ਸਿਪਾਹੀਆਂ ਤੋਂ ਹਮਲਾ ਕਰਵਾਇਆ। ਮੁਹੰਮਦ ਸ਼ਾਹ ਨੇ ਸਾਰੇ ਮੌਤ ਦੇ ਘਾਟ ਉਤਾਰ ਦਿੱਤੇ। ਮੁਹੰਮਦ ਸ਼ਾਹ ਨੂੰ ਭਰੋਸਾ ਹੋ ਗਿਆ ਕਿ ਚੰਗੇਜ਼ ਖਾਨ ਦੇ ਮੁਕਾਬਲੇ ਉਹ ਕਈ ਗੁਣਾ ਵੱਧ ਸ਼ਕਤੀਸ਼ਾਲੀ ਸੀ, ਜਿਸ ਕਾਰਨ ਉਹ ਅਵੇਸਲਾ ਹੋ ਗਿਆ। ਕੁਝ ਮਹੀਨਿਆਂ ਮਗਰੋਂ ਚੰਗੇਜ਼ ਖਾਨ ਨੇ ਆਪਣੀ ਫੌਜ ਦੇ ਜਰਨੈਲਾਂ ਨੂੰ ਹਮਲਾ ਕਰਨ ਦਾ ਕੰਮ ਸੌਂਪਿਆ। ਮੁਹੰਮਦ ਸ਼ਾਹ ਦੀ ਸਾਰੀ ਫੌਜ ਮੋਰਚਿਆਂ 'ਤੇ ਲੱਗੀ ਹੋਈ ਸੀ, ਜਿਸ ਕਾਰਨ ਰਾਜਧਾਨੀ ਦੀ ਰੱਖਿਆ ਲਈ ਕੋਈ ਫੌਜ ਨਹੀਂ ਸੀ। ਇੱਕ ਸਵੇਰ ਨੂੰ ਚੰਗੇਜ਼ ਖਾਨ ਮੁਹੰਮਦ ਸ਼ਾਹ ਦੀ ਰਾਜਧਾਨੀ ਸਮਰਕੰਦ ਦੇ ਬਾਹਰ ਖਲੋਤਾ ਸੀ। ਬੜਾ ਮਾਣ ਕਰਨ ਵਾਲਾ ਮੁਹੰਮਦ ਸ਼ਾਹ ਦੌੜ ਗਿਆ ਤੇ ਪਹਾੜਾਂ ਵਿੱਚ ਭੁੱਖ ਤੇ ਪਿਆਸ ਨਾਲ ਮਰ ਗਿਆ। ਦੁਸ਼ਮਣ ਨੂੰ ਕਮਜ਼ੋਰ ਨਹੀਂ ਸਮਝਣਾ ਚਾਹੀਦਾ। ਧੰਨਵਾਦ। ਮਾਨਸਿਕ ਰੋਗੀ। ਮਾਨਸਿਕ ਰੋਗੀਆਂ ਨੂੰ ਇਲਾਜ ਲਈ ਮਨਵਾਉਣਾ ਬੜਾ ਮੁਸ਼ਕਿਲ ਕੰਮ ਹੁੰਦਾ ਹੈ। ਕਿਸੇ ਮਰੀਜ਼ ਨੂੰ ਕਿਸੇ ਡਾਕਟਰ ਕੋਲ ਜ਼ਬਰਦਸਤੀ ਲੈ ਜਾਣ 'ਤੇ ਮਰੀਜ਼ ਡਾਕਟਰ ਨੂੰ ਅੱਗੇ ਲਾ ਲੈਂਦਾ ਹੈ ਤੇ ਡਾਕਟਰ ਦੇ 'ਤੇ ਨਿਯੰਤਰਣ ਕਰਨ ਲੱਗ ਪੈਂਦਾ ਹੈ। ਮਰੀਜ਼ ਆਪਣੀ ਬਿਮਾਰੀ ਦੇ ਵੇਰਵੇ ਦੱਸਣ ਦੀ ਬਜਾਏ ਡਾਕਟਰ ਨੂੰ ਉਹਦੀ ਯੋਗਤਾ ਬਾਰੇ ਪੁੱਛਣ ਲੱਗ ਪੈਂਦਾ ਹੈ, ਜਿਵੇਂ ਤੁਸੀਂ ਕਿਹੜੀ ਡਿਗਰੀ ਕੀਤੀ ਹੋਈ ਹੈ, ਡਿਗਰੀ ਕਦੋਂ ਲਈ ਸੀ, ਤਜਰਬਾ ਕਿੰਨਾ ਹੈ ਆਦਿ। ਇਹਨਾਂ ਪ੍ਰਸ਼ਨਾਂ ਨਾਲ ਕਈ ਵਾਰੀ ਡਾਕਟਰ ਉਖੜ ਜਾਂਦਾ ਹੈ। ਕਈ ਮਰੀਜ਼ ਪਹਿਲੀ ਮਿਲਣੀ 'ਤੇ ਕੁਝ ਨਹੀਂ ਦੱਸਦੇ ਤੇ ਡਾਕਟਰ ਨੂੰ ਪਰੇਸ਼ਾਨ ਕਰਦੇ ਹਨ। ਮਾਨਸਿਕ ਰੋਗਾਂ ਦੇ ਇੱਕ ਮਾਹਿਰ ਡਾਕਟਰ ਕੋਲ ਇੱਕ ਮਰੀਜ਼ ਅੰਦਰ ਆ ਕੇ ਕਮਰੇ ਦੇ ਚੱਕਰ ਕੱਟਣ ਲੱਗ ਪਿਆ। ਡਾਕਟਰ ਨੇ ਮਰੀਜ਼ ਨੂੰ ਪੁੱਛਿਆ, ਤੁਸੀਂ ਚਲਦੇ ਚਲਦੇ ਕੁਝ ਕਹਿਣਾ ਚਾਹੋਗੇ ਜਾਂ ਕੁਝ ਪੁੱਛਣਾ ਚਾਹੋਗੇ? ਮਰੀਜ਼ ਕੁਝ ਨਾ ਬੋਲਿਆ, ਚੱਕਰ ਕੱਟਦਾ ਰਿਹਾ। ਡਾਕਟਰ ਨੇ ਹੋਰ ਪੈਂਤੜਾ ਵਰਤਦਿਆਂ ਕਿਹਾ, ਤੁਸੀਂ ਜਿਸ ਰਫ਼ਤਾਰ 'ਤੇ ਚੱਲ ਰਹੇ ਹੋ ਉਸ ਤੋਂ ਹੌਲੀ ਹੋ ਜਾਓ। ਪਰ ਮਰੀਜ਼ ਤੇਜ਼ ਹੋ ਗਿਆ। ਡਾਕਟਰ ਨੇ ਕਿਹਾ, ਜਦੋਂ ਥਕਾਵਟ ਮਹਿਸੂਸ ਹੋਵੇ ਕੁਰਸੀ 'ਤੇ ਬੈਠ ਜਾਣਾ। ਕੁਝ ਚਿਰ ਮਗਰੋਂ ਮਰੀਜ਼ ਬਹਿ ਗਿਆ। ਉਂਝ ਤਾਂ ਡਾਕਟਰ ਮਰੀਜ਼ ਦੇ ਵਿਹਾਰ ਨੂੰ ਕੰਟਰੋਲ ਕਰ ਰਿਹਾ ਸੀ, ਪਰ ਮਰੀਜ਼ ਨੂੰ ਪ੍ਰਭਾਵ ਦੇ ਰਿਹਾ ਸੀ ਜਿਵੇਂ ਮਰੀਜ਼ ਆਪਣੀ ਮਰਜ਼ੀ ਨਾਲ ਕਰ ਰਿਹਾ ਸੀ। ਡਾਕਟਰ ਨੇ ਕਿਹਾ, ਜਿਹੋ ਜਿਹੀ ਤੁਹਾਡੀ ਹਾਲਤ ਹੈ, ਕੁਝ ਮਹੀਨੇ ਪਹਿਲਾਂ ਇਹੋ ਜਿਹੀ ਮੇਰੀ ਵੀ ਹੋ ਜਾਂਦੀ ਸੀ। ਡਾਕਟਰ ਮਰੀਜ਼ ਨੂੰ ਅਹਿਸਾਸ ਕਰਵਾ ਰਿਹਾ ਸੀ ਕਿ ਉਹ ਡਾਕਟਰ ਨਹੀਂ ਸੀ, ਮਰੀਜ਼ ਦਾ ਵੱਡਾ ਭਰਾ ਸੀ। ਮਰੀਜ਼ ਡਾਕਟਰ ਦੇ ਆਦੇਸ਼ ਮੰਨਣ ਲੱਗ ਪਿਆ ਸੀ। ਹਰ ਕੋਈ ਕਦੇ ਨਾ ਕਦੇ ਡਾਕਟਰ ਵਾਂਗ ਅਤੇ ਅਕਸਰ ਮਰੀਜ਼ ਵਾਂਗ ਵਿਹਾਰ ਕਰਦਾ ਹੈ। ਧੰਨਵਾਦ। ਬੇਇੱਜ਼ਤੀ। ਜਦੋਂ ਅਮਰੀਕਾ ਵਿੱਚ ਗੁਲਾਮ ਰੱਖੇ ਜਾਂਦੇ ਸਨ, ਉਸ ਸਮੇਂ ਕਈ ਮਾਲਕ ਆਪਣੀ ਸਖਤੀ ਕਾਰਨ ਪ੍ਰਸਿੱਧ ਸਨ। ਉਹ ਗੁਲਾਮਾਂ ਨੂੰ ਕੱਸ ਕੇ ਰੱਖਦੇ ਸਨ।
ਇੱਕ ਮਾਲਕ ਨੇ ਗੁਲਾਮਾਂ ਸੰਬੰਧੀ ਹਰ ਗੱਲ ਦੀ ਬਹਿਸ ਕਰਨ ਵਾਲੇ ਪੜ੍ਹੇ ਲਿਖੇ ਗੁਲਾਮ ਡਗਲਜ਼ ਨੂੰ ਆਪਣੇ ਦੋਸਤ ਕੋਲ ਸੋਧਣ ਤੇ ਸਿੱਧਾ ਕਰਨ ਲਈ ਭੇਜਿਆ। ਇਹ ਦੋਸਤ ਗੁਲਾਮਾਂ ਵਿੱਚੋਂ ਬਗਾਵਤ ਦਾ ਭੂਤ ਕੱਢਦਾ ਸੀ ਤੇ ਵਗਾਰ ਕਰਾਉਂਦਾ ਸੀ। ਇੱਕ ਦਿਨ ਡਗਲਜ਼ ਬਿਮਾਰ ਸੀ। ਸਖਤ ਮਾਲਕ ਨੇ ਸੁੱਤੇ ਡਗਲਜ਼ ਨੂੰ ਠੁੱਡੇ ਮਾਰ ਕੇ ਕੰਮ ਕਰਨ ਲਈ ਕਿਹਾ। ਜਦੋਂ ਜਾਗੇ ਡਗਲਜ਼ ਨੂੰ ਮਾਲਕ ਨੇ ਹੰਟਰ ਮਾਰੇ ਤਾਂ 15 ਸਾਲ ਦੇ ਜੁੱਸੇ ਵਜੋਂ ਤਕੜੇ ਡਗਲਜ਼ ਨੇ ਮਾਲਕ ਨੂੰ ਗਲੇ ਤੋਂ ਫੜ ਲਿਆ ਤੇ ਮਾਲਕ ਪੱਤੇ ਵਾਂਗ ਫੜਫੜਾਇਆ। ਗੁਲਾਮ ਨੂੰ ਜਿੰਨੇ ਠੁੱਡੇ ਲੱਗੇ ਸੀ ਉਹਨੇ ਗਿਣ ਕੇ ਮਾਲਕ ਨੂੰ ਮਾਰੇ ਤੇ ਮਾਲਕ ਚਲਾ ਗਿਆ। ਗੁਲਾਮ ਸੋਚਦਾ ਰਿਹਾ ਕਿ ਬੰਦੂਕ ਲੈ ਕੇ ਆਏਗਾ, ਪਰ ਠੇਕੇ ਦੀ ਮਿਆਦ ਦੇ ਜਿਹੜੇ 6 ਮਹੀਨੇ ਰਹਿੰਦੇ ਸਨ, ਮਾਲਕ ਨੇ ਡਗਲਜ਼ ਨੂੰ ਕੁਝ ਨਾ ਕਿਹਾ, ਉਹਦੇ ਨੇੜੇ ਵੀ ਨਾ ਗਿਆ। ਮਿਆਦ ਪੂਰੀ ਹੋਣ 'ਤੇ ਉਸਨੇ ਡਗਲਜ਼ ਨੂੰ ਜਾਣ ਦਿੱਤਾ। ਉਹਨੇ ਬੰਦੂਕ ਕਿਉਂ ਨਾ ਲਿਆਂਦੀ? ਮਾਲਕ ਲਈ ਇਹ ਗੱਲ ਬੜੀ ਵੱਡੀ ਬੇਇੱਜ਼ਤੀ ਹੋਣੀ ਸੀ ਕਿ ਇੱਕ ਗੁਲਾਮ ਨੂੰ ਝੁਕਾਉਣ ਲਈ ਉਸ ਨੂੰ ਬੰਦੂਕ ਵਰਤਣੀ ਪਈ। ਮਾਲਕ ਚੁੱਪ ਹੀ ਰਿਹਾ। ਡਗਲਜ਼ ਦੇ ਵਿਹਾਰ ਨੇ ਹੋਰ ਗੁਲਾਮਾਂ ਨੂੰ ਤਕੜਾ ਕਰ ਦਿੱਤਾ। ਡਗਲਜ਼ ਦੇ ਸਧਾਰਨ ਕਥਨ ਗੁਲਾਮਾਂ ਲਈ ਸੂਤਰ ਬਣ ਗਏ। ਡਗਲਜ਼ ਨੇ ਕਿਹਾ, ਮਾਲਕ ਉਹਨਾਂ ਨੂੰ ਹੀ ਚਾਬਕਾਂ ਮਾਰਦੇ ਹਨ ਜਿਹੜੇ ਚਾਬਕਾਂ ਖਾ ਲੈਂਦੇ ਹਨ। ਉਸਨੇ ਕਿਹਾ, ਗੁਲਾਮਾਂ ਦੀ ਕਮਜ਼ੋਰੀ ਕਾਰਨ ਹੀ ਮਾਲਕ ਸ਼ਕਤੀਸ਼ਾਲੀ ਹੋ ਜਾਂਦੇ ਹਨ ਤੇ ਜ਼ੁਲਮ ਕਰਦੇ ਹਨ। ਮਗਰੋਂ ਡਗਲਜ਼ ਨੇ ਇੱਕ ਪੁਸਤਕ ਲਿਖੀ, ਮੇਰੀ ਗੁਲਾਮੀ ਤੇ ਮੇਰੀ ਆਜ਼ਾਦੀ। ਇਹ ਪੁਸਤਕ ਗੁਲਾਮਾਂ ਦੀ ਬਾਈਬਲ ਬਣ ਗਈ। ਧੰਨਵਾਦ। ਇਤਿਹਾਸ। ਮਾਰੂਥਲਾਂ ਦੇ ਨਾਲ ਲੱਗਣ ਵਾਲੇ ਸਮੁੰਦਰਾਂ ਵਿੱਚ ਹਵਾ ਮਰ ਜਾਂਦੀ ਹੈ ਤੇ ਕਈ ਦਿਨ ਹਵਾ ਤੋਂ ਬਿਨਾਂ ਲੰਘ ਜਾਂਦੇ ਹਨ। ਜਦੋਂ ਜਹਾਜ਼ਾਂ 'ਤੇ ਘੋੜੇ ਲੈ ਕੇ ਜਾਂਦੇ ਸੀ ਤਾਂ ਇਹਨਾਂ ਇਲਾਕਿਆਂ ਵਿੱਚੋਂ ਲੰਘਦਿਆਂ ਘੋੜੇ ਮਰ ਜਾਂਦੇ ਸਨ। ਮਾਰੂਥਲਾਂ ਦਾ ਇਤਿਹਾਸ ਨਹੀਂ ਲਿਖਿਆ ਜਾਂਦਾ, ਲਿਖਿਆ ਜਾ ਹੀ ਨਹੀਂ ਸਕਦਾ, ਕਿਉਂਕਿ ਇਤਿਹਾਸ ਜੀਵਨ ਦਾ ਲਿਖਿਆ ਜਾਂਦਾ ਹੈ। ਮਾਰੂਥਲਾਂ ਵਿੱਚ ਜੀਵਨ ਦੀ ਅਣਹੋਂਦ ਹੁੰਦੀ ਹੈ। ਧੰਨਵਾਦ।